हेलो दोस्तों, वेलकम टू सिद्धि पंजाब रिलेटेड करंट अफेयर्स ਦੀ ਇਸ ਡਿਸਕਸ਼ਨ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ 2 ਤੇ 3 ਮਾਰਚ ਦੇ ਕਰੰਟ ਅਫੇਅਰਸ ਜਿਹੜੇ ਆ ਡਿਸਕਸ ਕਰਾਂਗੇ। ਅੱਗੇ ਵਧਣ ਤੋਂ ਪਹਿਲਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਸਾਡਾ ਚੈਨਲ। ਇਹ ਤੁਹਾਡੇ ਲਾਈਕਸ ਤੇ ਸ਼ੇਅਰਸ ਤੇ ਕਮੈਂਟਸ ਬਹੁਤ ਹੈਲਪ ਕਰਦੇ ਨੇ, ਤਾਂ ਪਲੀਜ਼ ਸਪੋਰਟ ਕਰਦੇ ਰਹੋ। ਮੈਂ ਦੇਖਿਆ ਕਿ ਬਹੁਤ ਸਾਰੇ ਬੱਚੇ ਵੀਡੀਓਜ਼ ਤਾਂ ਦੇਖਦੇ ਨੇ ਬਟ ਉਹਨਾਂ ਨੇ ਜਾਂ ਤਾਂ ਸਬਸਕ੍ਰਾਈਬ ਨਹੀਂ ਕੀਤਾ ਜਾਂ ਲਾਈਕ ਨਹੀਂ ਕਰਦੇ। ਸੋ ਪਲੀਜ਼ ਸਪੋਰਟ ਅਸ ਐਂਡ ਲਾਈਕ ਐਂਡ ਸਬਸਕ੍ਰਾਈਬ ਦ ਚੈਨਲ। ਤਾਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਅੱਜ ਕਿਹੜੇ ਟੌਪਿਕਸ ਆਪਾਂ ਡਿਸਕਸ ਕਰਾਂਗੇ। ਤਾਂ ਇਹ 6 ਟੌਪਿਕਸ ਹੈ ਜਿਹੜੇ ਅੱਜ ਦੀ ਡਿਸਕਸ਼ਨ 'ਚ ਇਨਕਲੂਡਡ ਰਹਿਣਗੇ। ਐਗਰੀ ਵੈਲਿਊ ਚੇਨ ਗੈਟਸ ਅ ਸ਼ਾਟ ਇਨ ਦੀ ਆਰਮ। ਸ਼ਾਟ ਇਨ ਦੀ ਆਰਮ ਦਾ ਮਤਲਬ ਬੂਸਟ ਜਾਂ ਸਪੋਰਟ ਤੁਸੀਂ ਕਹਿ ਸਕਦੇ ਹੋ। ਇਹ ਵੀ ਜਾਣਨਾ ਬਹੁਤ ਜ਼ਰੂਰੀ ਹੈ। ਸੀਸੈਟ ਦੇ ਪੇਪਰ 'ਚ ਤੁਹਾਡੇ ਇਹ ਮੀਨਿੰਗ ਵਾਲੇ ਕੁਐਸਚਨਸ ਵੀ ਆਉਂਦੇ ਆ। ਤੁਹਾਡੇ ਤੋਂ ਇੰਗਲਿਸ਼ ਵਰਡਸ ਦਾ ਮੀਨਿੰਗ ਪੁੱਛਿਆ ਜਾ ਸਕਦਾ, ਇੰਗਲਿਸ਼ ਫਰੇਜ਼ਸ ਦਾ ਮੀਨਿੰਗ ਪੁੱਛਿਆ ਜਾ ਸਕਦਾ ਹੈ। ਇਸ ਲਈ ਇਹ ਆਪਦੇ ਕੋਲ ਲਿਖ ਕੇ ਰੱਖੋ ਅਗਰ ਤੁਹਾਡੇ ਲਈ ਇਹ ਨਵਾਂ ਹੈ। ਸ਼ਾਟ ਇਨ ਦੀ ਆਰਮ ਮੀਨਸ ਬੂਸਟ ਜਾਂ ਇਨਕਰੀਜ਼ ਜਾਂ ਬੈਨੀਫਿਟ ਟਾਈਪਸ ਹੋਣਾ। ਤਾਂ ਐਗਰੀਕਲਚਰਲ ਪੰਜਾਬ ਦੀ ਐਗਰੀਕਲਚਰਲ ਵੈਲਿਊ ਚੇਨ ਵਿੱਚ ਕੁਛ ਸਪੋਰਟ ਮਿਲ ਰਹੀ ਹੈ, ਉਹਨੂੰ ਬੂਸਟ ਮਿਲ ਰਹੀ ਹੈ। ਕਿਵੇਂ, ਇਹਨੂੰ ਆਪਾਂ ਨਿਊਜ਼ ਵਿੱਚ ਡਿਟੇਲ ਵਿੱਚ ਦੇਖਾਂਗੇ। ਸੰਗਰੂਰ ਪੁਲਿਸ ਸਟੇਸ਼ਨ ਨੂੰ ਬੈਸਟ ਇਨ ਦ ਸਟੇਟ ਹੋਣ ਦਾ ਖਿਤਾਬ ਮਿਲਿਆ ਹੈ, ਇਹ ਵੀ ਦੇਖ ਲਵਾਂਗੇ ਨਿਊਜ਼। ਦੈਨ ਪੇਪਰ ਲੀਕਸ ਜਿਹੜੇ ਦੁਬਾਰਾ ਪੇਪਰ ਐਗਜ਼ਾਮ ਲੀਕ ਹੁੰਦੇ ਰਹਿੰਦੇ ਨੇ, ਇਹਨੂੰ ਲੈ ਕੇ ਗੁਜਰਾਤ ਨੇ ਕਾਫੀ ਸਟ੍ਰਿਕਟ ਪਾਲਿਸੀ ਬਣਾਈ ਹੈ। ਇਹ ਕੇਸ ਸਟੱਡੀ ਬਾਰੇ ਦੇਖਾਂਗੇ, ਤੁਸੀਂ ਆਨਸਰਸ ਵਿੱਚ ਯੂਜ਼ ਕਰ ਸਕਦੇ ਹੋ। ਕਾਫੀ ਅੱਛੀ ਨਿਊਜ਼ ਆਈਟਮ ਹੈ ਇਹ। ਦੈਨ ਇੰਡੀਆ UK ਯੰਗ ਪ੍ਰੋਫੈਸ਼ਨਲਜ਼ ਸਕੀਮ, ਇਹ ਸਕੀਮ ਦੀ ਥੋੜੀ ਡਿਟੇਲ ਕਰਾਂਗੇ। ਪਿਛਲੀ ਡਿਸਕਸ਼ਨ 'ਚ ਵੀ ਥੋੜਾ ਜਿਹਾ ਕੀਤਾ ਸੀ, ਹੁਣ ਐਗਜ਼ੈਕਟਲੀ ਦੇਖ ਲਵਾਂਗੇ ਕਿ ਹੈ ਕਿਆ ਇਸ ਨਿਊਜ਼ ਵਿੱਚ। ਦੈਨ ਹੈਪੇਟਾਈਟਸ ਸੀ ਇਨ ਪੰਜਾਬ ਕੇਸਿਸ ਜਿਹੜੇ ਹੈ ਮੈਕਸੀਮਮ ਪੂਰੀ ਇੰਡੀਆ ਵਿੱਚ ਦੇਖੇ ਗਏ ਨੇ। ਤਾਂ ਆਪਾਂ ਦੇਖਾਂਗੇ ਹੈਪੇਟਾਈਟਸ ਸੀ ਕਿਆ ਹੈ, ਕਿਆ ਰੀਜ਼ਨਸ ਹੈ ਕਿ ਪੰਜਾਬ ਵਿੱਚ ਇੰਨੇ ਜ਼ਿਆਦਾ ਕੇਸਿਸ ਆ ਰਹੇ ਨੇ, ਰਾਈਟ। ਦੈਨ ਇੰਡੀਆ ਆਸਟ੍ਰੇਲੀਆ ਟਾਈਜ਼ 'ਤੇ ਕੁਛ ਡਿਵੈਲਪਮੈਂਟਸ, ਕੁਛ ਨਿਊਜ਼ ਆਈਆਂ ਹੈ। ਦੋਨੋਂ ਕੰਟਰੀਜ਼ ਕਿਵੇਂ ਕੋਲੈਬੋਰੇਟ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ, ਇਹਨੂੰ ਵੀ ਆਪਾਂ ਦੇਖ ਲਵਾਂਗੇ, ਰਾਈਟ। ਲੈਟਸ ਸਟਾਰਟ ਵਿਦ ਆਰ ਫਰਸਟ ਟੌਪਿਕ। ਐਗਰੀਕਲਚਰਲ ਵੈਲਿਊ ਚੇਨ ਗੈਟਸ ਅ ਸ਼ਾਟ ਇਨ ਦੀ ਆਰਮ। ਐਗਰੀਕਲਚਰਲ ਵੈਲਿਊ ਚੇਨ ਗੈਟਸ ਅ ਸ਼ਾਟ ਇਨ ਦੀ ਆਰਮ। ਸ਼ਾਟ ਇਨ ਦਾ ਆਰਮ ਮਤਲਬ ਸਪੋਰਟ ਮਿਲਣਾ, ਬੂਸਟ ਮਿਲਣਾ, ਰਾਈਟ। ਹੁਣ ਤੁਹਾਨੂੰ ਪਤਾ ਹੈ ਕਿ ਆਪਾਂ ਡਿਸਕਸ ਕਰ ਰਹੇ ਸੀ ਕਿ ਕੁਛ ਦਿਨ ਪਹਿਲਾਂ ਪੰਜਾਬ ਵਿੱਚ ਇਨਵੈਸਟਰ ਸਮਿਟ ਚੱਲ ਰਿਹਾ ਸੀ। ਫੈਬ ਦੇ ਲਾਸਟ ਵੀਕ ਵਿੱਚ ਮੋਹਾਲੀ ਦੇ ਵਿੱਚ 2 ਦਿਨ ਦਾ ਇਨਵੈਸਟਰ ਸਮਿਟ ਹੋਇਆ ਸੀ, ਰਾਈਟ। ਹੁਣ ਇਸ ਇਨਵੈਸਟਰ ਸਮਿਟ ਕੰਡਕਟ ਕਰਾਉਂਦਾ ਪੰਜਾਬ ਨੂੰ ਕਾਫੀ ਫਾਇਦਾ ਹੋਇਆ, ਕਿਉਂਕਿ ਬਹੁਤ ਸਾਰੀ ਕੰਪਨੀਜ਼ ਹੈ ਜਿਨ੍ਹਾਂ ਨੇ ਪੰਜਾਬ ਵਿੱਚ ਇਨਵੈਸਟ ਕਰਨ ਵਿੱਚ ਇੰਟਰਸਟ ਦਿਖਾਇਆ, ਰਾਈਟ। ਉਹੀ ਐਗਜ਼ਾਮਪਲਸ ਇਸ ਨਿਊਜ਼ ਆਈਟਮ ਵਿੱਚ ਆਈਆਂ ਹੈ। ਸਭ ਤੋਂ ਪਹਿਲਾਂ ਹਿੰਦੂਜਾ ਗਰੁੱਪ ਜਿਨ੍ਹਾਂ ਦਾ ਇੰਡਸਇੰਡ ਬੈਂਕ ਜਿਹਨੂੰ ਸਪੋਰਟ ਕਰਦੇ ਨੇ, ਇਹਨਾਂ ਨੇ 2000 ਕਰੋੜ ਰੁਪਇਆ ਜਿਹੜਾ ਹੈ ਪੰਜਾਬ ਵਿੱਚ ਇਨਵੈਸਟ ਕਰਨ ਲਈ ਕਮਿਟ ਕੀਤਾ ਹੈ। ਐਂਡ ਦੇ ਵਿਲ ਪ੍ਰੋਵਾਈਡ ਦਿਸ ਮਨੀ ਐਜ਼ ਮਾਈਕਰੋ ਫਾਈਨੈਂਸਿੰਗ। ਮਾਈਕਰੋ ਮਤਲਬ ਛੋਟੇ ਅਮਾਊਂਟ ਦੇ ਲੋਨਸ ਜਿਹੜੇ ਹੈ ਛੋਟੇ ਕਿਸਾਨਾਂ ਨੂੰ, ਵਿਮਨ ਐਂਟਰਪ੍ਰੈਨਿਓਰਸ ਨੂੰ, ਸੈਲਫ ਹੈਲਪ ਗਰੁੱਪਸ ਨੂੰ ਇਹ ਪ੍ਰੋਵਾਈਡ ਕਰਨਗੇ, ਰਾਈਟ। ਇਹ ਸਾਰਾ ਪੈਸਾ ਇਹ ਯੂਜ਼ ਕਰਨਗੇ ਪੰਜਾਬ ਵਿੱਚ ਐਗਰੀਕਲਚਰਲ ਇਨਫਰਾਸਟਰਕਚਰ ਤੁਸੀਂ ਕਹਿ ਸਕਦੇ ਹੋ, ਐਗਰੀਕਲਚਰਲ ਵੈਲਿਊ ਚੇਨ ਕ੍ਰੀਏਟ ਕਰਨ ਵਿੱਚ। ਵੈਲਿਊ ਚੇਨ ਦਾ ਮਤਲਬ ਕਿਆ ਹੁੰਦਾ ਹੈ? ਦੇਖੋ ਤੁਹਾਡੇ ਕੋਲ ਆਪਾਂ ਪੰਜਾਬ ਐਗਰੀਕਲਚਰ ਤਾਂ ਬਹੁਤ ਕਰਦਾ ਹੈ, ਅਸੀਂ ਵੀਟ ਗਰੋ ਕਰਦੇ ਹੈ, ਰਾਈਸ ਗਰੋ ਕਰਦੇ ਹਾਂ, ਬਟ ਅਗਰ ਆਪਾਂ ਇਹਨਾਂ ਨੂੰ ਪ੍ਰੋਸੈਸ ਕਰੀਏ, ਇਹਨਾਂ ਦੇ ਹੋਰ ਪ੍ਰੋਡਕਟਸ ਬਣਾਈਏ ਤਾਂ ਉਹ ਪੂਰੀ ਜੋ ਹੈ ਵੈਲਿਊ ਚੇਨ ਵਿੱਚ ਕਨਵਰਟ ਹੋ ਜਾਂਦੀ ਹੈ। ਫਰੋਮ ਪ੍ਰੋਡਕਸ਼ਨ ਆਫ ਰॉ ਮਟੀਰੀਅਲ ਟਿਲ ਦੀ ਕੰਜ਼ਿਊਮਰ ਐਂਡ, ਇਹ ਪੂਰੀ ਨੂੰ ਆਪਾਂ ਵੈਲਿਊ ਚੇਨ ਕਹਿੰਦੇ ਹਾਂ, ਰਾਈਟ। ਤਾਂ ਇਹ ਵੈਲਿਊ ਚੇਨ ਕ੍ਰੀਏਟ ਕਰਨ ਵਿੱਚ ਹੈਲਪ ਕਰਨਗੇ, ਜਿਵੇਂ ਕਿ ਰੈਫਰੀਜਰੇਟਡ ਵਹੀਕਲਸ ਹੋ ਗਏ ਜਾਂ ਕੋਲਡ ਚੇਨ ਹੋ ਗਈ, ਇਸ ਤਰੀਕੇ ਨਾਲ, ਰਾਈਟ। ਅਤੇ ਹੋਰ ਐਗਰੀਕਲਚਰ ਵਿੱਚ ਹੈਪੀ ਸੀਡਰ ਮਸ਼ੀਨਸ ਇਹ ਪ੍ਰੋਵਾਈਡ ਕਰਨਗੇ ਤਾਂ ਕਿ ਸਟਬਲ ਬਰਨਿੰਗ ਨੂੰ ਕੰਟਰੋਲ ਕੀਤਾ ਜਾ ਸਕੇ। ਬੇਲਰਸ ਪ੍ਰੋਵਾਈਡ ਕਰਨਗੇ ਅਗੇਂਸਟ ਸਟਬਲ ਬਰਨਿੰਗ ਨੂੰ ਕੰਟਰੋਲ ਕੀਤਾ ਜਾ ਸਕੇ, ਰਾਈਟ। ਤਾਂ ਇਹ ਇੱਕ ਐਗਜ਼ਾਮਪਲ ਹੈ ਕਿ ਕਿਵੇਂ ਇਨਵੈਸਟਰ ਸਮਿਟ ਕੰਡਕਟ ਕਰਨ ਨਾਲ ਪੰਜਾਬ ਵਿੱਚ ਅੱਛੀ ਇਨਵੈਸਟਮੈਂਟਸ ਆ ਰਹੀਆਂ ਹੈ। ਇਹੀ ਆਪਣਾ ਮੋਟਿਵ ਸੀ ਇਨਵੈਸਟਰ ਸਮਿਟ ਕ੍ਰੀਏਟ ਕਰਨ ਦਾ, ਅਤੇ ਇਹੀ ਫਾਇਦਾ ਆਪਾਂ ਉਠਾ ਪਾ ਰਹੇ ਹਾਂ, ਰਾਈਟ। ਸੈਕਿੰਡ ਐਗਜ਼ਾਮਪਲ ਹੈ ਲੂਲੂ ਗਰੁੱਪ। UAE ਤੋਂ ਇਹ ਬਿਲੋਂਗ ਕਰਦੇ ਨੇ। ਇਹਨਾਂ ਨੇ ਵੀ ਕਮਿਟ ਕੀਤਾ ਹੈ ਕਿ ਕੋਲਡ ਚੇਨ ਫੈਸਿਲਿਟੀ ਕ੍ਰੀਏਟ ਕਰਨ ਵਿੱਚ ਇਹ 150 ਕਰੋੜ ਰੁਪਇਆ ਜਿਹੜਾ ਪੰਜਾਬ ਵਿੱਚ ਇਨਵੈਸਟ ਕਰਨਗੇ। ਅਗੇਨ ਵੈਰੀ ਕਰੂਸ਼ਲ ਫॉर ਇੰਡੀਆ, ਫॉर ਪੰਜਾਬ ਸਪੈਸ਼ਲੀ, ਰਾਈਟ। ਦੈਨ ਨੈਕਸਟ ਹੈ ਅਪੇਡਾ ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ। ਇਹ ਇੰਡੀਆ ਦੀ ਅਥਾਰਟੀ ਹੈ। ਇਹਨੇ ਵੀ
ਪੰਜਾਬ ਵਿੱਚ ਐਗਰੀਕਲਚਰ ਨੂੰ ਬੂਸਟ ਦੇਣ ਲਈ ਇਹ ਕਮਿਟ ਕੀਤਾ ਹੋਇਆ ਹੈ ਕਿ ਬਾਸਮਤੀ ਦੇ ਐਕਸਪੋਰਟ ਪ੍ਰਮੋਸ਼ਨ ਤੇ ਇਹਦੀ ਰਿਸਰਚ ਵਿੱਚ ਇਹ ਕੰਮ ਕਰਨ ਲਈ ਇੱਕ ਸੈਂਟਰ ਜਿਹੜਾ ਹੈ ਤਰਨਤਾਰਨ ਵਿੱਚ ਐਸਟੈਬਲਿਸ਼ ਕਰਨਗੇ। ਇਹ ਵੀ ਇੱਕ ਅੱਛੇ ਇੰਸਟੀਟਿਊਸ਼ਨ ਦੀ ਤਰ੍ਹਾਂ ਰਾਈਜ਼ ਹੋਏਗਾ। ਰਾਈਟ, ਤੁਸੀਂ ਆਹ ਦੋ ਐਗਜ਼ਾਮਪਲਸ ਲਿਖ ਕੇ ਰੱਖੋ, ਇਹਨਾਂ ਨੂੰ ਤੁਸੀਂ ਆਨਸਰਸ 'ਚ ਵੀ ਯੂਜ਼ ਕਰ ਸਕਦੇ ਹੋ ਕਿ ਹਾਊ ਪਬਲਿਕ private partnership, how these investor summits they can help Punjab to achieve its goals. Right, next news item, Sangrur police station best in the state. Right, ਸੰਗਰੂਰ ਪੁਲਿਸ ਸਟੇਸ਼ਨ ਨੂੰ ਬੈਸਟ ਪੁਲਿਸ ਸਟੇਸ਼ਨ ਹੋਣ ਦਾ ਖਿਤਾਬ ਮਿਲਿਆ ਹੈ। ਮਿਨਿਸਟਰੀ ਆਫ ਹੋਮ ਅਫੇਅਰਸ ਨੇ ਇਹ ਅਸੈਸਮੈਂਟ ਕੀਤੀ ਹੈ, ਤੁਸੀਂ ਕਹਿ ਸਕਦੇ ਹੋ। ਦ ਮੁਨਾਕ ਪੁਲਿਸ ਸਟੇਸ਼ਨ ਦੈਟ ਇਜ਼ ਲੋਕੇਟਡ ਇਨ ਸੰਗਰੂਰ ਡਿਸਟ੍ਰਿਕਟ, ਇਹਨਾਂ ਨੂੰ ਬੈਸਟ ਅਵਾਰਡ ਮਿਲਿਆ ਹੈ। ਇਹ ਤੁਸੀਂ ਕਰੰਟ ਅਫੇਅਰਸ ਦੇ ਬੇਸਿਸ 'ਤੇ ਲਿਖ ਕੇ ਰੱਖੋ, ਕੁਐਸਚਨ ਆਉਣ ਦੀ ਪੋਸੀਬਿਲਿਟੀ ਥੋੜ੍ਹੀ ਬਹੁਤ ਹੈ ਪ੍ਰੀਲਿਮਸ ਵਿੱਚ। ਦੈਨ ਪੇਪਰ ਲੀਕਸ, ਤੁਹਾਨੂੰ ਪਤਾ ਹੀ ਹੈ ਕਿ ਅਗੇਨ ਐਂਡ ਅਗੇਨ ਪੇਪਰ ਲੀਕਸ ਹੁੰਦੇ ਰਹਿੰਦੇ ਹੈ। 10ਵੀਂ ਦੇ ਐਗਜ਼ਾਮ ਹੋਣ ਬੋਰਡ ਦੇ, 12ਵੀਂ ਦੇ ਐਗਜ਼ਾਮ ਹੋਣ, ਜਾਂ ਈਵਨ ਸਿਵਲ ਸਰਵਿਸਿਜ਼ ਦੇ ਐਗਜ਼ਾਮੀਨੇਸ਼ਨ ਜਿਨ੍ਹਾਂ ਲਈ ਤੁਸੀਂ ਐਸਪਾਇਰ ਕਰ ਰਹੇ ਹੋ, ਪ੍ਰਿਪੇਅਰ ਕਰ ਰਹੇ ਹੋ, ਬਹੁਤ ਸਾਰੇ ਇਹੋ ਜਿਹੇ ਐਗਜ਼ਾਮਸ ਵਿੱਚ ਪੇਪਰ ਲੀਕ ਦਾ ਇਸ਼ੂ ਵੀ ਦੇਖਿਆ ਜਾਂਦਾ ਹੈ। ਰਾਈਟ, ਇਸੇ ਲਈ ਜਿਹੜਾ ਇਹ ਨਿਊਜ਼ ਆਈਟਮ ਹੈ ਇਹ ਐਗਜ਼ਾਮਪਲ ਦੇ ਰਹੀ ਹੈ ਕਿ ਕਿਵੇਂ ਰਾਜਸਥਾਨ ਵਿੱਚ 25 ਇੰਸਟੈਂਸਿਸ ਇਹੋ ਜਿਹੇ ਹੋ ਗਏ ਹੈ ਜਿਨ੍ਹਾਂ ਵਿੱਚ ਪੇਪਰ ਲੀਕ ਦੇਖਿਆ ਗਿਆ 2011 ਤੋਂ ਲੈ ਕੇ 2022 ਵਿੱਚ। ਮਤਲਬ 10 ਸਾਲਾਂ ਵਿੱਚ 25 ਵਾਰ ਪੇਪਰ ਲੀਕ ਦਾ ਕੇਸ ਜਿਹੜਾ ਹੈ ਫੜਿਆ ਗਿਆ ਹੈ। ਰਾਈਟ, ਐਵੇਂ ਹੀ ਨਿਊਜ਼ ਆਈਟਮ ਕਹਿ ਰਹੀ ਹੈ ਕਿ ਹਰਿਆਣਾ ਅਤੇ ਪੰਜਾਬ ਵਿੱਚ ਵੀ ਇਹੋ ਜਿਹੇ ਬਹੁਤ ਕੇਸਿਸ ਪਾਏ ਗਏ ਆ ਜਿੱਥੇ ਪੇਪਰ ਲੀਕਸ ਵਗੈਰਾ ਜਾਂ ਰਿਕਰੂਟਮੈਂਟ ਸਕੈਮਸ ਦੇਖੇ ਗਏ ਆ। ਜਿਵੇਂ ਕਿ ਹੁਣ ਤੁਸੀਂ ਰੀਸੈਂਟਲੀ ਨੈਬ ਤਹਿਸੀਲਦਾਰ ਦਾ ਪੇਪਰ ਦੇਖਿਆ ਸੀ, ਪੰਜਾਬ ਵਿੱਚ ਕੈਂਸਲ ਹੋ ਗਿਆ ਕਿਉਂਕਿ ਉਸ 'ਚ ਇਰੈਗੂਲੈਰਿਟੀਜ਼ ਪਾਈਆਂ ਗਈਆਂ। ਰਾਈਟ, ਐਵੇਂ ਹੀ ਕਹਿ ਰਹੇ ਨੇ ਕਿ ਹਿਮਾਚਲ ਗਵਰਨਮੈਂਟ ਨੇ ਤਾਂ ਸਟਾਫ ਸਿਲੈਕਸ਼ਨ ਕਮਿਸ਼ਨ ਹੀ ਡਿਜ਼ੋਲਵ ਕਰਤੀ, ਇਹ ਕਹਿ ਕੇ ਕਿ ਇਹ ਫੇਅਰਲੀ ਜਿਹੜੇ ਐਗਜ਼ਾਮ ਕੰਡਕਟ ਕਰਾ ਹੀ ਨਹੀਂ ਰਹੇ। ਰਾਈਟ, ਅਗਰ ਇੰਨੀ ਸਕੈਮਸ ਹੋ ਰਹੇ ਹੈ ਤਾਂ ਆਪਾਂ ਨੂੰ SSC ਦੀ ਕਿਆ ਹੀ ਜ਼ਰੂਰਤ ਹੈ, HP ਵਾਲੇ ਕਹਿੰਦੇ। ਰਾਈਟ, ਇਹ ਤਾਂ ਪੂਰੀ ਸਕੈਮਿੰਗ ਬੋਡੀ ਹੀ ਬਣ ਗਈ। ਰਾਈਟ, ਤਾਂ ਇਹ ਐਗਜ਼ਾਮਪਲਸ ਇਹ ਸ਼ੋ ਕਰ ਰਹੀਆਂ ਕਿ ਇੰਡੀਆ ਵਿੱਚ ਪੇਪਰ ਲੀਕ ਜਾਂ ਰਿਕਰੂਟਮੈਂਟ ਸਕੈਮਸ ਦੀ ਪ੍ਰੋਬਲਮ ਕਿੰਨੀ ਗ੍ਰੇਵ ਹੈ, ਕਿੰਨੀ ਸੀਰੀਅਸ ਹੈ। ਗ੍ਰੇਵ ਮਤਲਬ ਸੀਰੀਅਸ। ਰਾਈਟ, ਅਤੇ ਇਹ ਪ੍ਰੋਬਲਮ ਕਰਕੇ ਦੇਖੋ ਆਪਣੇ ਬੱਚਿਆਂ ਨੂੰ ਵੀ ਸਹਿਣਾ ਪੈਂਦਾ ਹੈ, ਐਗਜ਼ਾਮਸ ਕੈਂਸਲ ਹੋ ਜਾਂਦੇ ਹੈ, ਸਾਲ ਦੀ ਉਹਨਾਂ ਦੀ ਪ੍ਰੈਪਰੇਸ਼ਨ ਜਿਹੜੀ ਹੈ ਖਰਾਬ ਜਾਂਦੀ ਹੈ। ਰਾਈਟ, ਤਾਂ ਇਸ ਹੀ ਬਿਮਾਰੀ ਨੂੰ ਜਾਂ ਤੁਸੀਂ ਕਹਿ ਸਕਦੇ ਹੋ ਸੋਸ਼ਲ ਇਵਲ ਨੂੰ ਕੰਬੈਟ ਕਰਨ ਲਈ ਗੁਜਰਾਤ ਨੇ ਕਾਫੀ ਸਟ੍ਰਿਕਟ ਲਾਅ ਜਾਂ ਮੈਜਰਸ ਜਿਹੜੇ ਆ ਇੰਟਰੋਡਿਊਸ ਕੀਤੇ ਹੈ। ਠੀਕ ਹੈ, ਗੁਜਰਾਤ ਕਹਿ ਰਿਹਾ ਹੈ ਕਿ ਦੇ ਵਿਲ ਟਰੀਟ ਇਟ ਐਜ਼ ਐਨ ਔਰਗਨਾਈਜ਼ਡ ਕ੍ਰਾਈਮ, ਕਿ ਲੋਕ ਮਿਲ ਕੇ ਇਹ ਪੈਸੇ ਹੜਪਣ ਲਈ ਇਹੋ ਜਿਹਾ ਕ੍ਰਾਈਮ ਜਿਹੜਾ ਹੈ ਔਰਗਨਾਈਜ਼ ਕਰ ਰਹੇ ਨੇ। ਤਾਂ ਜਿਹੜੇ ਲੋਕ ਇਸ ਕ੍ਰਾਈਮ 'ਚ ਹੁਣ ਫੜੇ ਜਾਣਗੇ ਉਹਨਾਂ ਨੂੰ 10 ਸਾਲ ਦੀ ਜੇਲ੍ਹ ਹੋ ਸਕਦੀ ਆ, ਅਪ ਟੂ 10 ਸਾਲ ਦੀ ਜੇਲ੍ਹ ਹੋ ਸਕਦੀ ਹੈ, ਅਤੇ 10 ਲੱਖ ਤੋਂ ਲੈ ਕੇ 1 ਕਰੋੜ ਤੱਕ ਦਾ ਫਾਈਨ ਕੀਤਾ ਜਾਏਗਾ ਜੋ ਵੀ ਬੰਦਾ ਇਸ ਪੇਪਰ ਲੀਕ ਵਿੱਚ ਫੜਿਆ ਗਿਆ ਦੁਬਾਰਾ ਹੁਣ। ਰਾਈਟ, ਈਵਨ ਜੇ ਕੈਂਡੀਡੇਟਸ ਫੜੇ ਗਏ ਜਿਹੜੇ ਇਨਵੋਲਵਡ ਹੈ ਇਸ ਲੀਕਸ ਵਿੱਚ ਤਾਂ ਉਹਨਾਂ ਨੂੰ ਵੀ 1 ਲੱਖ ਰੁਪਇਆ ਤੱਕ ਜੁਰਮਾਨਾ ਹੋ ਸਕਦਾ ਹੈ ਅਤੇ 3 ਸਾਲ ਦੀ ਪ੍ਰਿਜ਼ਨ ਹੋ ਸਕਦੀ ਹੈ। ਰਾਈਟ, तो ਇਹ ਕਹਿ ਰਹੇ ਆਰਟੀਕਲ ਕਹਿ ਰਿਹਾ ਹੈ ਕਿ ਇਹ ਕਾफ़ी अच्छा ਸਟੈਪ ਹੈ, ਕਾफ़ी अच्छा ਇਨੀਸ਼ੀਏਟਿਵ ਹੈ, ਐਜ਼ ਅ ਡੈਟਰੈਂਟ ਐਕਟ ਕਰ ਸਕਦਾ ਹੈ। ਬਟ ਹੁਣ ਅੱਗੇ ਜਾ ਕੇ ਆਪਾਂ ਨੂੰ ਇਹ ਇਨਸ਼ੋਰ ਕਰਨਾ ਪੈਣਾ ਹੈ ਕਿ ਇਹਨੂੰ ਇੰਪਲੀਮੈਂਟ ਵੀ ਕੀਤਾ ਜਾਵੇ ਅੱਛੇ ਤਰੀਕੇ ਨਾਲ, ਫਾਸਟ ਟਰੈਕ ਟਰਾਇਲ ਹੋਵੇ ਤਾਂ ਕਿ ਜਿਹੜੇ ਕਲਪਰਿਟਸ ਹੈ ਉਹਨਾਂ ਨੂੰ ਫੜ ਕੇ ਅੱਛੇ ਤਰੀਕੇ ਨਾਲ ਪਨਿਸ਼ਮੈਂਟ ਦਿੱਤੀ ਜਾਵੇ। ਇਹ ਨਹੀਂ ਹੈ ਕਿ ਤੁਸੀਂ ਫੜ ਵੀ ਲਿਆ ਬੰਦਾ ਅਤੇ ਫਿਰ 50-50 ਸਾਲ ਜਿਹੜਾ ਹੈ ਕੇਸ ਹੀ ਚੱਲੀ ਜਾਂਦਾ, ਉਹਨਾਂ ਦੇ ਘਰ ਬੰਦਾ ਮਰ ਵੀ ਜਾਂਦਾ ਹੈ, ਐਂਡ ਦੇਰ ਇਜ਼ ਨਥਿੰਗ ਦੈਟ ਇਜ਼ ਹੈਪਨਿੰਗ। ਰਾਈਟ, ਫਾਸਟ ਟਰੈਕ ਟਰਾਇਲ ਹੋਣੀ ਚਾਹੀਦੀ ਹੈ ਅਤੇ ਪਨਿਸ਼ਮੈਂਟ ਕਲਪਰਿਟ ਨੂੰ ਟਾਈਮਲੀ ਮਿਲਣੀ ਚਾਹੀਦੀ ਹੈ। ਰਾਈਟ, ਇਹ ਐਗਜ਼ਾਮਪਲਸ ਲਿਖ ਕੇ ਰੱਖੋ, ਤੁਹਾਨੂੰ ਇਹਨਾਂ 'ਤੇ ਐਸੇ ਵੀ ਆ ਸਕਦਾ ਹੈ। ਕਰਪਸ਼ਨ ਗਵਰਨੈਂਸ, ਤੁਹਾਨੂੰ ਪਤਾ ਹੈ ਗਵਰਨੈਂਸ ਜਿਹੜਾ ਹੈ ਟੌਪਿਕ ਹੈ ਤੁਹਾਡਾ GS2 ਵਿੱਚ, ਉਸ 'ਚ ਕਰਪਸ਼ਨ ਦਾ ਟੌਪਿਕ ਹੈ, ਇਹ ਵੀ ਕਰਪਸ਼ਨ ਦੀ ਫਾਰਮ ਹੈ। ਰਾਈਟ, ਤਾਂ ਇਹ ਉਸ 'ਚ ਤੁਸੀਂ ਐਗਜ਼ਾਮਪਲਸ ਦੀ ਤਰ੍ਹਾਂ ਯੂਜ਼ ਕਰ ਸਕਦੇ ਹੋ ਕਿਵੇਂ ਪੂਰਾ ਇੰਡੀਆ ਦੀ ਸਟੇਟਸ ਜਿਹੜੀਆਂ ਹੈ ਵਲਨਰੇਬਲ ਨੇ ਅਤੇ ਗੁਜਰਾਤ ਨੇ ਕਿਆ ਮੈਜਰਸ ਲਿੱਤੇ ਹੈ ਜਿਹੜੇ ਕਿ ਬਾਕੀ ਸਟੇਟਸ ਵੀ ਲੈ ਸਕਦੇ ਹੈ। ਐਜ਼ ਐਨ ਐਗਜ਼ਾਮਪਲ ਤੁਸੀਂ ਗੁਜਰਾਤ ਲਿਖ ਸਕਦੇ ਹੋ ਉੱਥੇ। ਰਾਈਟ, ਦੈਨ ਇੰਡੀਆ UK ਯੰਗ ਪ੍ਰੋਫੈਸ਼ਨਲਜ਼ ਸਕੀਮ, ਇੰਡੀਆ UK ਯੰਗ ਪ੍ਰੋਫੈਸ਼ਨਲਜ਼ ਸਕੀਮ। ਰਾਈਟ, ਇਹ ਸਕੀਮ ਦੇ ਅੰਡਰ ਕਿਆ ਹੋਏਗਾ, 3000 ਇੰਡੀਅਨਸ ਤੇ
इंडियन स्टूडेंट्स या ब्रिटेन स्टूडेंट्स जेडे है एक दूसरे की कंट्री विच रह सकते ते वर्क कर सकते हैं। दे विल हैव द राइट टू लिव एंड वर्क इन दी अदर कंट्री अप टू 2 ईयर्स इस स्कीम के अंडर। ठीक है, ये बेसिकली डायस्पोरा लिए किया गया है। जेडे इंडियंस जाके ब्रिटेन विच पढ़ना चाहते हैं, काम करना चाहते हैं, वो ईजीली इस स्कीम के अंडर कर पाएंगे हुण। अदरवाइज तो वीज़ा इशूज़ ही इन्ने होंदे रहंदे है। इस स्कीम के अंदर एटलीस्ट 3000 जेडे एस्पिरेंट्स ने वो ईजीली जेडे है मूव कर पाएंगे। राइट, दोनों कंट्रीज़ ਲਈ है ये, यूके के लोग भी इंडिया विच सिमिलर ट्रीटमेंट पाएंगे। राइट, सैकेंड इनीशिएटिव इंडिया यूके ने जेड़ा लॉन्च किया है यूकेज़ टेक एनवॉय। टेक एनवॉय मतलब टैक्नोलॉजी के सैक्टर विच दोनों कंट्रीज़ की रिलेशन नूं अगे बढ़ाने लई एक स्पैशल तुसी कह सकते होंगे फॉरन ऑफिसर जिहड़ा है यूके दी एम्बेसी विच बिठाया जाएगा। राइट, तो यूके कह रहा है कि यह जा साडा इन फर्स्ट एनवॉय सिर्फ एक यूएस विच है, बिकॉज यूएस टैक सेवी कंट्री है। यूएस नाल टैक्नोलॉजी कोलैबोरेशन यूके करना चाहता है। नई टैक्नोलॉजी यूके तो लैके उन्होंने यूटिलाइज़ करनगे ये। बट इंडो पैसिफिक रीजन विच या आउटसाइड यूएसए इंडिया इज़ दी ओनली कंट्री जिथे यूके जिहड़ा है आपदा टैक इनवॉय या टैक्नोलॉजी इनवॉय सेंड करेगा। राइट, ये अपनी टैक डिप्लोमेसी विच दोनों कंट्रीज़ दी बायलैटरल टैक डिप्लोमेसी विच काफ़ी असिस्ट करेगा। टैक डिप्लोमेसी का क्या मतलब हुंदा है? टैक डिप्लोमेसी इज़ नथिंग बट कि किवें टैक्नोलॉजी के सैक्टर विच तुसी दो कंट्रीज़ जिहड़ियां है कोऑपरेट कर रही हो। राइट, किवें टैक्नोलॉजी शेयरिंग हो रही है, किवें टैक्नोलॉजी बेस्ड बिजनेसिस हो रहे हैं, किवें टैक्नोलॉजी बेस्ड बायलैटरल रिलेशन नूं अगे वधाया जा रहा है। राइट, तो ये सैटिंग अप ऑफ दिस टैक्नोलॉजी इनवॉय विल बूस्ट आवर टैक डिप्लोमेसी। राइट, ये दोनों स्कीम्स लिख के रखो, प्रोफैशनल स्कीम्स टैक इनवॉय तुसी इंडिया यूके के रिलेशनस विच यह यूज़ कर सकते हो। राइट, GS2 दे IR दे क्वेश्चन च अगर इंडिया यूके ते क्वेश्चन आता है, इंडिया यूके ते क्वेश्चन आना काफ़ी पॉसिबल है। तो पता ही है हुनी इंडियन बॉर्न जेडे कैंडीडेट ने ऋषि सुनाक ये प्राइम मिनिस्टर बन चुके हैं यूके दे। तो वैसे भी बहुत न्यूज़ च रहा है यूके, पॉसिबिलिटी है कि क्वेश्चन आ जाए। तो इसीलिए ये नोट्स जोड़े आपके तैयार रखो, क्वेश्चन आया तो यू शुड बी एबल टू राइट इट। राइट, 3 मार्च जो करंट अफेयर्स हम डिस्कस करते हैं। हेपेटाइटिस केसेस 14,000 केसेस ईयर इन पंजाब हाईएस्ट। राइट, देखो अकॉर्डिंग टू नंबर्स पंजाब विच 55,000 केसेस लास्ट 4 सालों विच टोटल देखे गए ने। इस साल मतलब लेटेस्ट डाटा के अकॉर्डिंग 14,000 तो ज़्यादा केसेस 2021-22 विच देखे गए एंड दिस इज़ द हाईएस्ट इन इंडिया। पूरी इंडिया विच जिन्नी भी स्टेट्स के हैपेटाइटिस C के केसेस ने ये सब तो ज़्यादा ने। राइट, तो ऐं क्यों हो रहा है? क्यों है कि पंजाब विच ही हैपेटाइटिस के केसेस इन्ने ज़्यादा वध रहे हैं? देखो हैपेटाइटिस C जिहड़ा है, हाँ ये हैपेटाइटिस C की गल कर रहे हैं आप, HC लिख दिया मैं इत्थे। तो हैपेटाइटिस C जिहड़ा है सिरिंजिज ब्लड के थ्रू काफ़ी फैलता है। तो अगर आप इंजैक्शनस सिरिंजिज वगैरह रिपीटेडली यूज़ करते हैं या एक बंदे दे सिरिंजिज इंजैक्शनस दूसरा बंदा यूज़ करता है तो ये हैपेटाइटिस C फैलन की ज़्यादा प्रोबेबिलिटी होंदी है। तो यही पहला रीज़न है कि पंजाब विच रीयूज़ ऑफ सिरिंजिज एंड इंजैक्शनस जिहड़ा है बहुत ज़्यादा हो रहा है। राइट, जिमें तुसी देखो कि ड्रग प्रॉब्लम भी पंजाब विच इन्नी है तो एक दूसरे दे जिहड़े ड्रग एडिक्ट्स है वो सिरिंज फड़ के लगाई जाते हैं, इसलिए सब विच हैपेटाइटिस C भी नाल फैल रहा है। राइट, इसका प्रूफ भी दिता गया है कि पंजाब दी अगर प्रिजन विच तुसी पंजाब दी प्रिजन विच सर्वे किया गया तो उस पाया गया 27% ऑफ जेल इनमेट्स दे हैड हैपेटाइटिस B। दे वर फाउंड पॉजिटिव फॉर हैपेटाइटिस C, सॉरी हैपेटाइटिस B नहीं हैपेटाइटिस C। राइट, दिस शो केसिस कि किमें जेल्स जिहड़े प्रिजनर्स बंद ने वो इनफैक्टेड सिरिंजिस इंजैक्शनस एक दूसरे दियां यूज़ करते रहंदे ने एंड उसकी वजह तो जिहड़ा ये हैपेटाइटिस C जिहड़ा है पंजाब विच काफ़ी ज़्यादा फैल रहा है। राइट, सैकेंड मेजर रीज़न है हैपेटाइटिस C के केसेस ज़्यादा होने का पंजाब विच इनकंप्लीट ट्रीटमेंट। अगर तुसी किसी भी बीमारी का कंप्लीट ट्रीटमेंट नहीं लैंदे हो तो वो बीमारी जिहड़ी है तुहाडे विच
ਐਗਜ਼ਿਸਟ ਕਰਦੀ ਰਹਿੰਦੀ ਹੈ। ਮੇ ਬੀ ਤੁਹਾਨੂੰ ਸਿੰਪਟਮਸ ਨਾ ਦਿਖਾਈ ਦੇਣ, ਬਟ ਇਹ ਹੁੰਦਾ ਹੈ ਕਿ ਵਾਇਰਸ ਜਾਂ ਬੈਕਟੀਰੀਆ ਤੁਹਾਡੀ ਬੋਡੀ ਦੇ ਅੰਦਰ ਹੀ ਸਰਵਾਈਵ ਕਰ ਰਹੇ ਹੁੰਦੇ ਨੇ, ਜੋ ਕਿ ਹੋਰ ਪਾਵਰਫੁਲ ਹੋ ਰਹੇ ਨੇ ਤੁਹਾਨੂੰ ਫਿਊਚਰ ਵਿੱਚ ਅਟੈਕ ਕਰਨ ਲਈ, ਰਾਈਟ। ਤਾਂ ਇਨਕੰਪਲੀਟ ਟਰੀਟਮੈਂਟ ਕਰਕੇ ਵੀ ਕੇਸਿਸ ਜਿਹੜੇ ਆ ਕਾਫੀ ਹੌਲੀ ਹੌਲੀ ਵੱਧਦੇ ਜਾ ਰਹੇ ਹੈ। ਆਪਾਂ ਨੂੰ ਪਤਾ ਨਹੀਂ ਚੱਲਦਾ ਕਿ ਇਹ ਬੰਦੇ ਨੇ ਟਰੀਟਮੈਂਟ ਲੈ ਲਿਆ, ਆਪਾਂ ਸੋਚਦੇ ਹਾਂ ਕਿ ਇਹ ਬੰਦਾ ਹੁਣ ਸੇਫ ਹੈ, ਬਟ ਇਹ ਬੰਦੇ ਵਿੱਚ ਟਰੀਟਮੈਂਟ ਜਿਹੜਾ ਇਹਨੇ ਕੰਪਲੀਟ ਨਹੀਂ ਕੀਤਾ ਹੁੰਦਾ, ਵਾਇਰਸ ਹਜੇ ਵੀ ਪਿਆ ਹੁੰਦਾ ਹੈ। ਇਹ ਕਿਸੇ ਹੋਰ ਬੰਦੇ ਦੇ ਕੰਟੈਕਟ ਵਿੱਚ ਜਦ ਆਏਗਾ ਤਾਂ ਉਹਨੂੰ ਵੀ ਹੈਪੇਟਾਈਟਸ ਸੀ ਜਿਹੜਾ ਹੈ spread ਕਰੇਗਾ। that is why because of this incomplete treatment the cases are increasing। even ਡਾਟਾ ਕਹਿ ਰਿਹਾ ਹੈ ਕਿ 2020-21 ਵਿੱਚ 30% ਪੇਸ਼ੈਂਟਸ ਨੇ ਟਰੀਟਮੈਂਟ ਜਿਹੜਾ ਹੈ ਮਿਡਵੇ ਲੀਵ ਕਰਤਾ ਸੀ, ਵਿਦਾਊਟ ਕੰਪਲੀਟਿੰਗ ਅੱਧਾ ਹੀ ਛੱਡਤਾ ਸੀ, ਰਾਈਟ। ਇਹੀ ਰੀਜ਼ਨਸ ਕਰਕੇ ਪੰਜਾਬ ਵਿੱਚ ਹੈਪੇਟਾਈਟਸ ਦੇ ਕੇਸਿਸ ਇੰਨੇ ਵੱਧ ਰਹੇ ਨੇ, ਠੀਕ ਹੈ। ਅੱਛਾ ਟੌਪਿਕ ਹੈ ਹੈਲਥ 'ਤੇ ਕੋਈ ਵੀ ਆਰਟੀਕਲ ਤੁਹਾਨੂੰ ਐਸੇ ਆ ਸਕਦਾ ਹੈ, ਕੁਐਸਚਨ ਆ ਸਕਦਾ ਹੈ, ਉਸ 'ਚ ਤੁਸੀਂ ਇਹ ਯੂਜ਼ ਕਰ ਸਕਦੇ ਹੋ, ਇੰਨਾ ਕੁਛ ਡਿਫਿਕਲਟ ਹੈ ਨਹੀਂ ਹੈ, ਰਾਈਟ। ਠੀਕ ਹੈ ਜੀ, ਇਹ ਹੈ ਕਿ ਹੈਪੇਟਾਈਟਸ ਸੀ ਇਨ ਪੰਜਾਬ, ਠੀਕ ਹੈ। ਪੰਜਾਬ ਗਵਰਨਮੈਂਟ ਨੇ ਹੈਪੇਟਾਈਟਸ ਸੀ ਨੂੰ ਡੀਲ ਕਰਨ ਲਈ ਸਪੈਸ਼ਲੀ ਮੁੱਖ ਮੰਤਰੀ ਪੰਜਾਬ ਹੈਪੇਟਾਈਟਸ ਸੀ ਰਿਲੀਫ ਫੰਡ ਵੀ ਲਾਂਚ ਕੀਤਾ ਸੀ 2016 ਵਿੱਚ, ਤਾਂ ਕਿ ਪੰਜਾਬ ਵਿੱਚ ਵੱਧਦੇ ਹੈਪੇਟਾਈਟਸ ਸੀ ਦੇ ਕੇਸਿਸ ਨੂੰ ਕੰਟਰੋਲ ਕੀਤਾ ਜਾ ਸਕੇ, ਰਾਈਟ। ਹੁਣ ਆਰਟੀਕਲ ਇਹੀ ਕਹਿ ਰਿਹਾ ਹੈ ਕਿ ਸਾਨੂੰ ਚਾਹੀਦਾ ਹੈ ਕਿ ਆਪਾਂ ਦੇਖੀਏ ਕਿ ਇਹ ਸਕੀਮ ਕਿਉਂ ਨਹੀਂ ਫਿਰ ਵਰਕ ਕਰ ਰਹੀ। ਆਪਾਂ ਸਕੀਮ ਵੀ ਲਾਂਚ ਕੀਤੀ ਹੋਈ ਹੈ, ਇਹਦਾ ਫੰਡ ਦਾ ਪੈਸਾ ਕਿਵੇਂ ਯੂਟੀਲਾਈਜ਼ ਹੋ ਰਿਹਾ ਹੈ, ਕਿਉਂ ਹੈਪੇਟਾਈਟਸ ਸੀ ਦੇ ਕੇਸਿਸ ਹਜੇ ਵੀ ਵੱਧ ਰਹੇ ਨੇ ਸਟੇਟ ਦੇ ਵਿੱਚ, ਰਾਈਟ। ਆਲਸੋ ਪੰਜਾਬ ਇਹ ਜੀ ਪਹਿਲੀ ਹੀ ਸਟੇਟ ਹੈ ਜਿਹਨੇ ਹੈਪੇਟਾਈਟਸ ਸੀ ਲਈ ਡੈਡੀਕੇਟਿਡ ਪ੍ਰੋਗਰਾਮ ਤੇ ਸਕੀਮ ਲਾਂਚ ਕੀਤੀ ਹੈ, ਰਾਈਟ। ਤਾਂ ਅਗਰ ਪੰਜਾਬ ਇੰਨਾ ਇੰਫੋਸਿਸ ਦੇ ਹੀ ਰਹੀ ਹੈ ਤਾਂ ਪੰਜਾਬ ਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਸਕਸੈਸ ਕਿਉਂ ਨਹੀਂ ਅਚੀਵ ਹੋ ਰਹੀ ਸਾਨੂੰ ਹੈਪੇਟਾਈਟਸ ਸੀ ਨੂੰ ਕਰਬ ਕਰਨ ਵਿੱਚ, ਰਾਈਟ। ਇਹੀ ਆਰਟੀਕਲ ਕਹਿ ਰਿਹਾ ਹੈ। ਅੱਗੇ ਆਪਣੇ ਲਈ ਹੈਪੇਟਾਈਟਸ ਸੀ ਦੀ ਜਨਰਲ ਨੌਲੇਜ ਵੀ ਇੰਪੋਰਟੈਂਟ ਹੈ ਸਾਇੰਸਿਸ ਦੇ ਵਿੱਚ, ਜਨਰਲ ਸਾਇੰਸਿਸ ਦੇ ਵਿੱਚ ਇਹ 'ਤੇ ਕੁਐਸਚਨ ਆਉਣਾ ਕਾਫੀ ਪੋਸੀਬਲ ਹੈ। ਹੈਪੇਟਾਈਟਸ ਸੀ ਦੇਖੋ ਤੁਹਾਡੀ ਵਾਇਰਸ ਬੋਰਨ ਡਿਸੀਜ਼ ਹੈ, ਬਲੱਡ ਬੋਰਨ ਵਾਇਰਸ ਦੇ ਥਰੂ ਇਹ ਜਿਹੜੀ ਹੈ ਪਾਸ ਹੁੰਦੀ ਹੈ, ਅਤੇ ਲਾਰਜਲੀ ਇਹ ਤੁਹਾਡੇ ਲਿਵਰ ਨੂੰ ਇਨਫੈਕਟ ਕਰਦੀ ਹੈ, ਠੀਕ ਹੈ। ਯਾਦ ਰੱਖਣਾ ਹੈ ਲਿਵਰ ਜਿਹੜਾ ਹੈ ਇਹਦੇ ਅੰਡਰ ਇਨਫੈਕਟ ਹੁੰਦਾ ਹੈ। ਇਹਦਾ ਸਪਰੈਡ ਜਿਹੜਾ ਹੈ ਇੰਜੈਕਟੇਬਲ ਡਰੱਗਸ ਅਤੇ ਸਿਰਿੰਜਸ ਦੀ ਵਜ੍ਹਾ ਤੋਂ ਹੁੰਦਾ ਹੈ, ਰਾਈਟ। ਇਹ ਸੈਕਸ਼ੂਅਲੀ ਟਰਾਂਸਮਿਟ ਨਹੀਂ ਹੁੰਦੀ, ਇਹ ਯਾਦ ਰੱਖਣਾ ਹੈ। ਹੈਪੇਟਾਈਟਸ ਬੀ ਅਤੇ ਹੈਪੇਟਾਈਟਸ ਸੀ ਵਿੱਚ ਇਹੀ ਫਰਕ ਹੈ ਮੇਜਰ। ਹੈਪੇਟਾਈਟਸ ਬੀ ਜਿਹੜਾ ਹੈ ਸੈਕਸ਼ੂਅਲੀ ਟਰਾਂਸਮਿਟਡ ਡਿਸੀਜ਼ ਹੈ, ਹੈਪੇਟਾਈਟਸ ਸੀ ਜਿਹੜੀ ਹੈ ਉਹ ਸੈਕਸ਼ੂਅਲੀ ਟਰਾਂਸਮਿਟ ਨਹੀਂ ਹੁੰਦੀ ਹੈ, ਰਾਈਟ। ਇਹਨੂੰ ਕਾਲਾ ਪੀਲੀਆ ਵੀ ਕਿਹਾ ਜਾਂਦਾ ਹੈ ਪੰਜਾਬ ਵਿੱਚ, ਅਤੇ ਇਹਦੇ ਲਈ ਹਜੇ ਤੱਕ ਕੋਈ ਵੀ ਵੈਕਸੀਨ ਨੋਨ ਨਹੀਂ ਹੈ, ਰਾਈਟ। ਇਹ ਸਾਰੀ ਹੈਪੇਟਾਈਟਸ ਸੀ ਦੀ ਬੇਸਿਕ ਇਨਫੋਰਮੇਸ਼ਨ ਹੈ, ਬਹੁਤ ਇੰਪੋਰਟੈਂਟ ਹੈ, ਇਹਨੂੰ ਯਾਦ ਕਰਕੇ ਰੱਖੋ, ਇਹ 'ਤੇ ਕੁਐਸਚਨ ਪ੍ਰੀਲਿਮਸ 'ਚ ਈਜ਼ੀਲੀ ਆ ਸਕਦਾ ਹੈ, ਰਾਈਟ। ਫਾਈਨਲ ਆਰਟੀਕਲ ਹੈ ਅੱਜ ਆਪਣਾ, ਇੰਡੀਆ ਆਸਟ੍ਰੇਲੀਆ ਸਾਈਨ ਮਕੈਨਿਜ਼ਮ ਟੂ ਮਿਊਚੁਅਲੀ ਰਿਕਗਨਾਈਜ਼ ਕੁਆਲੀਫਿਕੇਸ਼ਨਸ। ਦੇਖੋ ਇਹ 4 ਇਨੀਸ਼ੀਏਟਿਵਸ ਆਏ ਹੈ ਇੰਡੀਆ ਆਸਟ੍ਰੇਲੀਆ ਦੇ ਵਿੱਚ ਟੂ ਕੈਰੀ ਫਾਰਵਰਡ ਦੇਅਰ ਰਿਲੇਸ਼ਨ, ਅੱਛੇ ਰਿਲੇਸ਼ਨਸ ਬਣਾਉਣ ਲਈ। ਤਾਂ ਇਹ ਚਾਰੋਂ ਤੁਸੀਂ ਇੰਡੀਆ ਆਸਟ੍ਰੇਲੀਆ ਦੇ ਆਨਸਰਸ ਵਿੱਚ ਯੂਜ਼ ਕਰ ਸਕਦੇ ਹੋ। ਸਭ ਤੋਂ ਪਹਿਲਾ ਇਨੀਸ਼ੀਏਟਿਵ ਜਿਹੜਾ ਉਹਨਾਂ ਨੇ ਲਾਂਚ ਕੀਤਾ ਹੈ ਕਿ ਇੱਕ ਦੂਸਰੇ ਦੀ ਕੁਆਲੀਫਿਕੇਸ਼ਨਸ ਨੂੰ ਰਿਕਗਨਾਈਜ਼ ਕਰਨਗੇ। ਦੇਖੋ ਅੱਜ ਕੱਲ੍ਹ ਮਤਲਬ ਮੋਸਟਲੀ ਕਿਆ ਹੁੰਦਾ ਹੈ ਕਿ ਅਗਰ ਤੁਸੀਂ ਫੋਰਨ ਜਾਂਦੇ ਹੋ ਤਾਂ ਇੰਡੀਅਨ ਯੂਨੀਵਰਸਿਟੀਜ਼ ਦੀ ਡਿਗਰੀਜ਼ ਜਿਹੜੀਆਂ ਹੈ ਉੱਥੇ ਯੂਜੂਅਲੀ ਰਿਕਗਨਾਈਜ਼ਡ ਨਹੀਂ ਹੁੰਦੀਆਂ, ਰਾਈਟ। ਈਵਨ ਤੁਸੀਂ ਅਗਰ UPSC ਜਾਂ ਸਿਵਲ ਸਰਵਿਸਿਜ਼ ਦਾ ਐਗਜ਼ਾਮ ਦੇ ਰਹੇ ਹੋ, ਇਸ 'ਚ ਵੀ ਲਿਖਿਆ ਹੁੰਦਾ ਹੈ ਕਿ ਇੰਡੀਅਨ ਯੂਨੀਵਰਸਿਟੀਜ਼ ਦੀ ਡਿਗਰੀਜ਼ ਨੂੰ ਹੀ ਮਾਨਿਅਤਾ ਮਿਲਦੀ ਹੈ, ਰਾਈਟ। ਤਾਂ ਇਵੇਂ ਹੀ ਅਗਰ ਤੁਸੀਂ ਆਸਟ੍ਰੇਲੀਆ ਜਾਂਦੇ ਹੋ, USA ਜਾਂਦੇ ਹੋ, ਤਾਂ ਈਵਨ ਇਫ ਯੂ ਆਰ ਡਾਕਟਰ ਇਨ ਇੰਡੀਆ ਤਾਂ ਉੱਥੇ ਤੁਹਾਡੀ ਡਿਗਰੀ ਜਿਹੜੀ ਹੈ ਰਿਕਗਨਾਈਜ਼ ਨਹੀਂ ਕੀਤੀ ਜਾਂਦੀ, ਤੁਹਾਨੂੰ ਸਪੈਸ਼ਲ ਉਹਨਾਂ ਦੇ ਐਗਜ਼ਾਮਸ ਵਗੈਰਾ ਦੇਣੇ ਪੈਂਦੇ ਹੈ ਟੂ ਕੁਆਲੀਫਾਈ ਐਜ਼ ਡਾਕਟਰ ਇਨ ਆਸਟ੍ਰੇਲੀਆ ਔਰ USA, ਰਾਈਟ। ਉਹਨਾਂ ਦੇ ਸਪੈਸੀਫਿਕ ਐਗਜ਼ਾਮਸ ਦੇਣੇ ਪੈਣਗੇ। ਤਾਂ ਇਹ ਦੇਖੋ ਇਹ ਤੁਹਾਡੇ ਲਈ ਕਾਫੀ ਬਰਡਨਸਮ ਹੋ ਜਾਂਦਾ ਹੈ, ਤੁਸੀਂ ਡਾਕਟਰ ਹੋ ਸਟਿਲ ਤੁਹਾਡੀ ਡਿਗਰੀ ਨਹੀਂ ਰਿਕਗਨਾਈਜ਼ ਹੋ ਰਹੀ, ਰਾਈਟ। ਤਾਂ ਤੁਹਾਨੂੰ ਇੱਕ ਸਪੈਸ਼ਲ ਐਗਜ਼ਾਮ ਦੇਣਾ ਪੈ ਰਿਹਾ ਹੈ। ਤਾਂ ਉਸ ਹੀ ਹਰਡਲ ਨੂੰ ਖਤਮ ਕਰਨ ਲਈ ਇੰਡੀਆ ਆਸਟ੍ਰੇਲੀਆ ਨੇ ਇਹ ਅਗਰੀਮੈਂਟ ਸਾਈਨ ਕੀਤਾ ਹੈ ਕਿ ਦੋਨੋਂ ਇੱਕ ਦੂਸਰੇ ਦੀ ਕੁਆਲੀਫਿਕੇਸ਼ਨਸ ਨੂੰ ਮਿਊਚੁਅਲੀ ਰਿਕਗਨਾਈਜ਼ ਕਰਨਗੇ। ਇੰਡੀਆ ਆਸਟ੍ਰੇਲੀਆ ਦੀ ਡਿਗਰੀਜ਼ ਨੂੰ ਰਿਕਗਨਾਈਜ਼ ਕਰੇਗਾ, ਆਸਟ੍ਰੇਲੀਆ ਇੰਡੀਆ ਦੀ ਡਿਗਰੀਜ਼ ਨੂੰ ਰਿਕਗਨਾਈਜ਼ ਕਰਨਗੇ। ਤਾਂ ਇੰਡੀਅਨ ਡਾਇਸਪੋਰਾ ਲਈ ਇਹ ਕਾਫੀ ਸਹੂਲੀਅਤ ਵਾਲੀ ਸਿਚੁਏਸ਼ਨ ਹੋ ਜਾਣੀ ਆ। ਆਪਾਂ ਉੱਥੇ ਜਾ ਕੇ ਈਜ਼ੀਲੀ ਜਾ ਕੇ ਡਿਗਰੀਜ਼ ਦਿਖਾ ਕੇ ਜੋਬ ਲੈ ਸਕਦੇ ਹਾਂ, ਆਪਾਂ ਨੂੰ ਕੋਈ ਸਪੈਸ਼ਲ ਐਗਜ਼ਾਮੀਨੇਸ਼ਨਸ ਕਲੀਅਰ ਕਰਨ ਦੀ ਜ਼ਰੂਰਤ ਨਹੀਂ ਹੈ,
ਰਾਈਟ। ਸੈਕਿੰਡ ਇਨੀਸ਼ੀਏਟਿਵ ਇੰਡੀਆ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਅਨ ਗਵਰਨਮੈਂਟ ਜਿਹੜੀ ਹੈ 1.89 ਮਿਲੀਅਨ ਡਾਲਰਸ ਦਾ ਸਕਿੱਲ ਪ੍ਰੋਗਰਾਮ ਇੰਡੀਆ ਵਿੱਚ ਲਾਂਚ ਕਰ ਰਹੀ ਹੈ ਇਨ ਦੀ ਏਰੀਆ ਆਫ ਐਗਰੀਕਲਚਰ, ਠੀਕ ਹੈ। ਐਗਰੀਕਲਚਰ ਰਿਲੇਟਿਡ ਸਕਿੱਲਸ ਦੇਣ ਲਈ ਇਹ ਸਕਿਲਿੰਗ ਪ੍ਰੋਗਰਾਮ ਲਾਂਚ ਰਨ ਕਰ ਰਿਹਾ ਆਲਰੇਡੀ ਇੰਡੀਆ ਦੇ ਵਿੱਚ, ਰਾਈਟ। ਐਗਰੀਕਲਚਰ ਸੈਕਟਰ ਜਿਹੜਾ ਹੈ ਆਸਟ੍ਰੇਲੀਆ ਦਾ ਉਹ ਕਾਫੀ ਅੱਛਾ ਹੈ। ਆਸਟ੍ਰੇਲੀਆ ਨਿਊਜ਼ੀਲੈਂਡ ਦੋਨੋਂ ਹੀ ਐਗਰੀਕਲਚਰ ਅਤੇ ਡੇਅਰੀ ਸੈਕਟਰ ਵਿੱਚ ਲੀਡਰਸ ਨੇ, ਤੁਸੀਂ ਕਹਿ ਸਕਦੇ ਹੋ। ਤੁਹਾਡੀ ਆ ਕੰਪਨੀਜ਼ ਕੰਟਰੀ ਡਿਲਾਈਟ ਵਗੈਰਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਇਸ ਰੀਜਨਸ 'ਚੋਂ ਹੀ ਆ ਰਹੀਆਂ ਨੇ, ਰਾਈਟ। ਤਾਂ ਇਸੇ ਲਈ ਇਹ ਆਪਦੀ ਜਿਹੜੀ ਸਕਿੱਲ ਹੈ, ਨੌਲੇਜ ਹੈ ਐਗਰੀਕਲਚਰ ਦੇ ਸੈਕਟਰ ਵਿੱਚ, ਡੇਅਰੀ ਦੇ ਸੈਕਟਰ ਵਿੱਚ, ਇਹ ਇੰਡੀਅਨਸ ਨੂੰ ਵੀ ਟਰਾਂਸਫਰ ਕਰ ਰਹੇ ਆ, ਰਾਈਟ। ਤਾਂ ਇਹ ਐਗਜ਼ਾਮਪਲ ਵੀ ਤੁਸੀਂ ਲਿਖ ਕੇ ਰੱਖੋ। ਦੈਨ ਆਸਟ੍ਰੇਲੀਆ ਨੇ ਕਿਹਾ ਹੈ ਕਿ ਇੰਡੀਆ ਦੇ ਜਿੰਨੇ ਵੀ ਸਟੂਡੈਂਟ ਵੀਜ਼ਾਜ਼, ਐਜੂਕੇਸ਼ਨ ਵੀਜ਼ਾਜ਼ ਜਿਹੜੇ ਇੰਨੇ ਹਾਈਲੀ ਪੈਂਡੈਂਟ ਪਏ ਨੇ ਉਹਨਾਂ ਨੂੰ ਟੌਪ ਪ੍ਰਾਇਓਰਿਟੀ ਬੇਸਿਸ 'ਤੇ ਕਲੀਅਰ ਕਰਨ ਦੀ ਕੋਸ਼ਿਸ਼ ਕਰਨਗੇ। ਅਗੇਨ ਆਪਣੇ ਡਾਇਸਪੋਰਾ ਨੂੰ, ਆਪਣੇ ਬੱਚਿਆਂ ਨੂੰ ਇਹ ਹੈਲਪ ਕਰਨਗੇ। ਐਂਡ ਦੈਨ ਫਾਈਨਲੀ ਇੰਡੀਆ ਆਸਟ੍ਰੇਲੀਆ ਦੇ ਰਿਲੇਸ਼ਨਸ ਨੂੰ ਅੱਗੇ ਵਧਾਉਂਦੇ ਹੋਏ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਵੀ ਚਲਾਇਆ ਜਾਏਗਾ, ਜਿਹਦੇ ਅੰਡਰ 5 ਸਟੂਡੈਂਟਸ ਦੇ ਵਿਲ ਬੀ ਕਮਿੰਗ ਫਰੋਮ ਆਸਟ੍ਰੇਲੀਆ ਐਂਡ ਦੇ ਵਿਲ ਬੀ ਸਟੱਡਿੰਗ ਇਨ ਓਡੀਸਾਜ਼ ਯੂਨੀਵਰਸਿਟੀ ਇਨ ਟੈਕਸਟਾਈਲ ਸੈਕਟਰ, ਰਾਈਟ। ਇਹ ਕੁਛ ਐਗਜ਼ਾਮਪਲਸ ਹੈ। ਜਦੋਂ ਵੀ ਤੁਹਾਡੇ ਤੋਂ ਪੁੱਛਿਆ ਜਾਵੇ ਕਿ ਇੰਡੀਆ ਆਸਟ੍ਰੇਲੀਆ ਦੇ ਰਿਲੇਸ਼ਨਸ ਕਿਹੋ ਜਿਹੇ ਹੈ, ਕਮੈਂਟ ਕਰੋ। ਉਸ ਟਾਈਮ 'ਤੇ ਤੁਸੀਂ ਇਹ ਯੂਜ਼ ਕਰ ਸਕਦੇ ਹੋ ਕਿ ਬਈ ਇੰਡੀਆ ਆਸਟ੍ਰੇਲੀਆ ਰਿਲੇਸ਼ਨਸ ਜਿਹੜੇ ਆ ਕਾਫੀ ਅੱਛੇ ਚੱਲ ਰਹੇ ਨੇ, ਰਾਈਟ। ਇਹ ਐਗਜ਼ਾਮਪਲਸ ਤੁਸੀਂ ਦੇ ਸਕਦੇ ਹੋ। ਐਂਡ ਦੈਨ ਯੂ ਕੈਨ ਆਲਸੋ ਰਾਈਟ ਕਿ ਦੇਰ ਆਰ ਸਮ ਪ੍ਰੋਬਲਮਸ ਆਲਸੋ, ਦੇਰ ਆਰ ਸਿਗਨੀਫਿਕੈਂਟ ਪ੍ਰੋਬਲਮਸ ਆਲਸੋ, ਜਿਵੇਂ ਕਿ ਰੇਸ਼ੀਅਲ ਅਟੈਕਸ ਬਹੁਤ ਹੁੰਦੇ ਨੇ, ਰਾਈਟ। ਕਿਲਿੰਗਸ ਦੇਖੀਆਂ ਗਈਆਂ ਨੇ। ਦੈਨ ਸਲਰਸ ਕਹਿ ਸਕਦੇ ਹੋ ਤੁਸੀਂ, ਰੇਸ ਬੇਸਡ ਡਿਸਕ੍ਰਿਮੀਨੇਸ਼ਨ, ਗਲਤ ਭਾਸ਼ਾ ਯੂਜ਼ ਕਰਨਾ, ਇਹ ਸਭ ਵੀ ਕਾਫੀ ਹੁੰਦਾ ਹੈ, ਰਾਈਟ। ਇਸ ਤਰੀਕੇ ਨਾਲ ਇਹ ਨਿਊਜ਼ ਆਈਟਮਸ ਜਿਹੜੀਆਂ ਤੁਸੀਂ ਯੂਜ਼ ਕਰ ਸਕਦੇ ਹੋ, ਰਾਈਟ। That is all for today's news. Thank you so much for watching.